ਅੱਜ ਅਸੀਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਰਚਨਾ ਕਿਰਪਾ ਕਰਕੇ ਬਖਸ਼ ਲੈ ਪੜਾਂਗੇ। ਸਿੱਖਾਂ ਦੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਂ ਤੇਜਪਾਲ ਸੀ ਅਤੇ ਮਾਤਾ ਜੀ ਦਾ ਨਾਂ ਲੱਖੋ ਸੀ। ਆਪ ਜੀ ਭੱਲਾ ਘਰਾਣੇ ਦੇ ਸਨ। ਆਪ ਜੀ ਦੀ ਪਤਨੀ ਮਨਸਾ ਦੇਵੀ ਸੀ। ਆਪ ਜੀ ਦੇ 4 ਬੱਚੇ ਸਨ। 2 ਪੁੱਤਰ ਸਨ, ਮੋਹਨ ਜੀ ਅਤੇ ਮੋਰੀ ਜੀ ਅਤੇ 2 ਪੁੱਤਰੀਆਂ, ਬੀਬੀ ਦਾਨੀ ਤੇ ਬੀਬੀ ਪਾਨੀ। 16 ਅਪ੍ਰੈਲ 1552 ਈਸਵੀ ਵਿੱਚ 73 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ। ਆਪ ਜੀ ਨੇ ਕਈ ਖੇਤਰਾਂ 'ਚ ਯੋਗਦਾਨ ਦਿੱਤਾ। ਆਪ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਦੇ ਸਿਧਾਂਤ ਦਾ ਪ੍ਰਚਾਰ ਕੀਤਾ। ਜਾਤੀ ਪ੍ਰਥਾ ਦਾ ਵਿਰੋਧ ਕੀਤਾ। ਆਪ ਨੇ ਪਰਦਾ ਪ੍ਰਥਾ ਅਤੇ ਸਤੀ ਪ੍ਰਥਾ ਦਾ ਪੁਰਜ਼ੋਰ ਵਿਰੋਧ ਕੀਤਾ। 1552 ਈਸਵੀ ਵਿੱਚ ਬਿਆਸ ਦੇ ਕੰਢੇ ਗੋਇੰਦਵਾਲ ਨਗਰ ਸਥਾਪਿਤ ਕੀਤਾ। ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਆਨੰਦ ਸਾਹਿਬ, ਪੱਟੀ ਅਤੇ ਚਾਰਵਾਰਾ ਆਦਿ ਮਿਲਾ ਕੇ ਕੁੱਲ 907 ਸ਼ਬਦਾਂ ਦੀ ਰਚਨਾ ਕੀਤੀ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁੱਲ 31 ਰਾਗਾਂ ਵਿੱਚੋਂ 17 ਰਾਗਾਂ 'ਤੇ ਆਧਾਰਿਤ ਹੈ। ਸ਼੍ਰੀ ਗੁਰੂ ਅਮਰਦਾਸ ਜੀ 16 ਸਤੰਬਰ 1574 ਈਸਵੀ ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਸੋ ਉਹਨਾਂ ਦੀ ਲਿਖੀ ਹੋਈ ਰਚਨਾ ਹੀ ਕਿਰਪਾ ਕਰਕੇ ਬਖਸ਼ ਲਿਓ ਅਸੀਂ ਅੱਜ ਪੜ੍ਹਨ ਜਾ ਰਹੇ ਹਾਂ। ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿਰਪਾ ਕਰਕੇ ਬਖਸ਼ ਲਿਓ ਦਾ ਇਹ ਵਿਸ਼ਾ ਪਰਮਾਤਮਾ ਦੀ ਜੀਵ ਤੇ ਮਿਹਰ ਅਥਵਾ ਬਖਸ਼ਿਸ਼ ਨਾਲ ਸੰਬੰਧਿਤ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਵ ਬੇਸ਼ੁਮਾਰ ਭੁੱਲਾਂ ਕਰਦੇ ਹਨ ਅਥਵਾ ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ। ਪਰਮਾਤਮਾ ਹੀ ਸਾਡੇ 'ਤੇ ਕਿਰਪਾ ਕਰਕੇ ਇਹਨਾਂ ਭੁੱਲਾਂ ਨੂੰ ਬਖਸ਼ ਸਕਦਾ ਹੈ। ਗੁਰੂ ਜੀ ਪਰਮਾਤਮਾ ਅੱਗੇ ਜੀਵ ਨੂੰ ਬਖਸ਼ ਦੇਣ ਲਈ ਅਰਦਾਸ ਕਰਦੇ ਹਨ। ਗੁਰੂ ਜਿਸ ਜੀਵ 'ਤੇ ਕਿਰਪਾਲੂ ਪ੍ਰਸੰਨ ਹੁੰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾਉਂਦਾ ਹੈ ਅਤੇ ਉਸ ਦੇ ਵਿਕਾਰਾਂ ਨੂੰ ਕੱਟ ਕੇ ਨਾਮ ਸਿਮਰਨ ਦੀ ਦਾਤ ਬਖਸ਼ਦਾ ਹੈ। ਅਸੀਂ ਖੱਤੀ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਇਸ ਤੁਕ ਵਿੱਚ ਖੱਤੀ ਦਾ ਅਰਥ ਹੈ ਭੁੱਲ, ਪਾਪ। ਇਹ ਸ਼ਬਦ ਉਰਦੂ ਦੇ ਸ਼ਬਦ ਖਤਾ ਦਾ ਰੂਪਾਂਤਰਨ ਹੈ। ਪਾਰਾਵਾਰ ਦਾ ਅਰਥ ਹੈ ਅਥਾਹ, ਅਸੀਮ। ਇਸ ਤੁਕ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਅਸੀਂ ਆਪਣੇ ਜੀਵਨ ਵਿੱਚ ਅਨੇਕਾਂ ਭੁੱਲਾਂ ਕਰਦੇ ਹਾਂ, ਪਾਪ ਕਰਦੇ ਹਾਂ। ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਹਗਾਰ। ਹੇ ਪਰਮਾਤਮਾ, ਆਪਣੀ ਮਿਹਰ ਭਰੀ ਨਿਗਾਹ ਸਾਡੇ 'ਤੇ ਰੱਖ, ਸਾਨੂੰ ਬਖਸ਼ ਦੇ, ਸਾਡੇ ਗੁਨਾਹਾਂ ਨੂੰ ਬਖਸ਼ ਦੇ। ਅਸੀਂ ਬਹੁਤ ਵੱਡੇ ਗੁਨਾਹਗਾਰ ਤੇ ਪਾਪੀ ਹਾਂ। ਹਰ ਜਿਉ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣਹਾਰ। ਲੇਖੀ ਵਾਰ ਨਾ ਆਵਈ ਦਾ ਅਰਥ ਹੈ ਲੇਖਾ ਜੋਖੀ ਵਿੱਚ ਨਾ ਆ ਸਕਣ ਵਾਲੀ। ਜਿਸ ਤਰ੍ਹਾਂ ਦੇ ਕਰਮ ਅਸੀਂ ਕੀਤੇ ਹਨ ਉਹਨਾਂ ਦਾ ਲੇਖਾ ਜੋਖਾ ਕੀਤਾ ਗਿਆ ਤਾਂ ਅਸੀਂ ਤੇਰੀ ਮਿਹਰ ਦੇ ਪਾਤਰ ਹੀ ਨਹੀਂ ਬਣ ਸਕਦੇ। ਫਿਰ ਸਾਡੇ ਲਈ ਬਖਸ਼ਿਸ਼ ਦੀ ਵਾਰੀ ਆਉਣੀ ਹੀ ਮੁਸ਼ਕਿਲ ਹੋ ਜਾਵੇਗੀ। ਇਸ ਲਈ ਤੂੰ ਆਪਣੀ ਕਿਰਪਾ, ਮਿਹਰ ਤੇ ਬਖਸ਼ਿਸ਼ ਨਾਲ ਸਾਨੂੰ ਆਪਣੇ ਚਰਨਾਂ 'ਚ ਸਥਾਨ ਦੇ। ਉਸ ਪਰਮਾਤਮਾ ਨਾਲ ਗੁਰੂ ਦੀ ਕਿਰਪਾ ਤੋਂ ਬਿਨਾਂ ਮਿਲਾਪ ਵੀ ਨਹੀਂ ਹੋ ਸਕਦਾ।
ਗੁਰੂ ਟੁੱਠੇ ਹਰ ਪ੍ਰਭ ਮੇਲਿਆ, ਸਭ ਕਿਲ ਵਿਖ ਕਟ ਵਿਕਾਰ। ਇਸ ਤੁਕ ਵਿੱਚ ਟੁੱਠੇ ਦਾ ਅਰਥ ਹੈ ਕਿਰਪਾ ਕਰਕੇ, ਕਿਲ ਵਿਖ ਦਾ ਅਰਥ ਹੈ ਪਾਪ। ਜਦੋਂ ਗੁਰੂ ਦੀ ਕਿਰਪਾ ਉਸ ਪ੍ਰਭੂ ਨਾਲ ਮਿਲਾਪ ਹੁੰਦਾ ਹੈ, ਮਿਲਣਾ ਹੁੰਦਾ ਹੈ, ਤਾਂ ਹਰ ਤਰ੍ਹਾਂ ਦੇ ਕਿਲ ਵਿਖ ਭਾਵ ਪਾਪ, ਦੁੱਖ, ਤਕਲੀਫਾਂ ਕੱਟੇ ਜਾਂਦੇ ਹਨ ਅਤੇ ਉਸ ਦੇ ਸਾਰੇ ਪਾਪ ਅਤੇ ਗੁਨਾਹ ਵੀ ਮਾਫ ਹੋ ਜਾਂਦੇ ਹਨ। ਜਿਨ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਜਿਨ੍ਹਾਂ ਨੇ ਹਰ ਦਾ ਨਾਮ ਭਾਵ ਪ੍ਰਭੂ ਦਾ ਨਾਮ, ਧਿਆਇਆ ਭਾਵ ਪ੍ਰਭੂ ਨੂੰ ਯਾਦ ਕੀਤਾ, ਉਹਨਾਂ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ, ਪ੍ਰਸ਼ੰਸਾ ਮਿਲਦੀ ਹੈ, ਸ਼ੋਭਾ ਮਿਲਦੀ ਹੈ। ਸੋ ਇਸ ਰਚਨਾ ਵਿੱਚ ਗੁਰੂ ਅਮਰਦਾਸ ਜੀ ਅਨੁਸਾਰ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੈ। ਅਸੀਂ ਅਨੇਕਾਂ ਪਾਪ ਕਰ ਬੈਠਦੇ ਹਾਂ। ਜੇਕਰ ਸਾਡੇ ਕਰਮਾਂ ਦੇ ਅਨੁਸਾਰ ਸਾਡਾ ਲੇਖਾ ਲਿਖਿਆ ਜਾਵੇ ਤਾਂ ਅਸੀਂ ਪ੍ਰਭੂ ਦੀ ਮਿਹਰ ਹਾਸਿਲ ਨਹੀਂ ਕਰ ਸਕਦੇ। ਪਰਮਾਤਮਾ ਬੜਾ ਹੀ ਦਿਆਲੂ ਤੇ ਬਖਸ਼ਣਹਾਰ ਹੈ। ਜਿਸ ਕਿਸੇ 'ਤੇ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ, ਉਸ ਦਾ ਪ੍ਰਭੂ ਮਿਲਾਪ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਵਿਕਾਰ ਕੱਟੇ ਜਾਂਦੇ ਹਨ। ਸੋ ਹੁਣ ਅਸੀਂ ਇਸ ਰਚਨਾ ਨਾਲ ਸੰਬੰਧਿਤ ਕੁਝ ਜ਼ਰੂਰੀ ਗੱਲਾਂ ਯਾਦ ਕਰਦੇ ਹਾਂ। ਕਿਰਪਾ ਕਰਕੇ ਬਖਸ਼ ਲਿਓ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਕਿਰਪਾ ਕਰਕੇ ਬਖਸ਼ ਲਿਓ ਨਾਂ ਦੀ ਰਚਨਾ ਵਿੱਚ ਗੁਰੂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਿਹਰ ਕਰਕੇ ਜੀਵਾਂ ਨੂੰ ਬਖਸ਼ ਲਏ। ਜਿਸ ਜੀਵ 'ਤੇ ਗੁਰੂ ਦਿਆਲੂ ਹੋਵੇ, ਉਹ ਉਸ ਜੀਵ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਨੇ 4 ਵਾਰਾਂ ਰਚੀਆਂ। ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ 17 ਰਾਗਾਂ ਵਿੱਚ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਬਾਸਰਕੇ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ 1552 ਈਸਵੀ ਵਿੱਚ ਪ੍ਰਾਪਤ ਹੋਈ। ਸ਼੍ਰੀ ਗੁਰੂ ਅਮਰਦਾਸ ਜੀ 1574 ਈਸਵੀ ਵਿੱਚ ਜੋਤੀ ਜੋਤ ਸਮਾਏ। ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ। ਕਿਰਪਾ ਕਰਕੇ ਬਖਸ਼ ਲਿਓ ਸਲੋਕ ਵਿੱਚ ਗੁਰੂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ। ਗੁਰੂ ਜੀ ਪਰਮਾਤਮਾ ਪਾਸੋਂ ਬਖਸ਼ਿਸ਼ ਦੀ ਮੰਗ ਕਰਦੇ ਹਨ। ਜੀਵ ਬੇਸ਼ੁਮਾਰ ਭੁੱਲਾਂ ਕਰਦਾ ਹੈ। ਕਿਰਪਾ ਕਰਕੇ ਬਖਸ਼ ਲਿਓ ਅਨੁਸਾਰ ਪਰਮਾਤਮਾ ਮਿਹਰ ਕਰਕੇ ਜੀਵ ਨੂੰ ਬਖਸ਼ ਦਿੰਦਾ ਹੈ। ਸੋ ਇਸੀ ਰਚਨਾ ਕਿਰਪਾ ਕਰਕੇ ਬਖਸ਼ ਲਿਓ ਜੋ ਸ਼੍ਰੀ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਹੈ। ਉਮੀਦ ਹੈ ਤੁਹਾਨੂੰ ਜ਼ਰੂਰ ਸਮਝ ਆ ਗਈ ਹੋਵੇਗੀ ਅਤੇ ਤੁਸੀਂ ਇਸ ਦੀ ਅੱਛੀ ਤਰ੍ਹਾਂ ਤਿਆਰੀ ਕਰੋਗੇ।